हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਦੀ SST ਦੀ ਕਲਾਸ ਹੈ ਜਿਹੜੀ ਉਹ ਪਹਿਲੀ ਸਟਾਰਟ ਕਰਨ ਜਾ ਰਹੇ ਹਾਂ। ਸੋ ਈਵਨਿੰਗ 6 ਵਜੇ ਦਾ ਜਿਹੜਾ ਟਾਈਮ ਹੋਇਆ ਕਰੇਗਾ ਕਲਾਸ ਦਾ, ਕਿਉਂਕਿ ਵੋਟਿੰਗ ਕਰਵਾਈ ਗਈ ਸੀ ਤਾਂ ਸਭ ਤੋਂ ਜ਼ਿਆਦਾ ਵੋਟਿੰਗ ਹੈ ਜਿਹੜੀ ਈਵਨਿੰਗ ਟਾਈਮ ਵਾਲੇ ਸ਼ਡਿਊਲ ਦੇ ਵਿੱਚ ਹੋਈ ਹੈ ਕਿ ਈਵਨਿੰਗ 6 ਵਜੇ ਕਲਾਸ ਦਾ ਟਾਈਮ ਹੈ ਜਿਹੜਾ ਰੱਖਿਆ ਜਾਵੇ, ਕਿਉਂਕਿ ਦਿਨੇ ਕੋਈ ਕਾਲਜ ਗਿਆ ਹੁੰਦਾ ਹੈ ਤਾਂ ਕੋਈ ਸੈਂਟਰ ਦੇ ਵਿੱਚ ਗਿਆ ਹੁੰਦਾ ਹੈ ਜਾਂ ਫਿਰ ਕੋਈ ਆਪਣੇ ਕੰਮਕਾਰ ਦੇ ਵਿੱਚ ਬਿਜ਼ੀ ਹੁੰਦਾ, ਇਸ ਕਰਕੇ ਕਲਾਸ ਅਟੈਂਡ ਨਹੀਂ ਕਰ ਸਕਦਾ। ਸੋ 6 ਵਜੇ ਲਗਭਗ ਹਰ ਕੋਈ ਜਿਹੜਾ ਫ੍ਰੀ ਹੋ ਜਾਂਦਾ ਹੈ, ਸੋ ਇਸ ਕਰਕੇ ਇਹ ਟਾਈਮ ਹੈ ਜਿਹੜਾ ਬੈਸਟ ਰਹੇਗਾ। ਤਾਂ ਵੋਟਿੰਗ ਜ਼ਿਆਦਾ ਹੋਈ ਹੈ। ਸੋ SST ਦੇ ਵਿੱਚ ਹਿਸਟਰੀ, ਜਿਓਗ੍ਰਾਫੀ, ਪੋਲਿਟੀ ਇਹ ਸਾਰੇ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਸਾਰੇ ਕੁਐਸਚਨ ਇਹਦੇ ਵਿੱਚ ਆ ਜਾਣਗੇ ਜੋ ਵੀ ਇੰਪੋਰਟੈਂਟ ਕੁਐਸਚਨ ਨੇ। ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਹੀ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਪਹਿਲਾ ਪ੍ਰਸ਼ਨ ਹੈ, 1857 ਦੇ ਵਿਦਰੋਹ ਦੇ ਦੌਰਾਨ ਚਰਬੀ ਵਾਲੇ ਕਾਰਤੂਸਾਂ ਦੀ ਸਿਖਲਾਈ ਦੇਣ ਵਾਲਾ ਕੇਂਦਰ ਕਿਹੜਾ ਸੀ? ਤਾਂ 3 ਕੇਂਦਰਾਂ ਦੇ ਨਾਮ ਦਿੱਤੇ ਗਏ ਨੇ, ਸਿਆਲਕੋਟ, ਅੰਬਾਲਾ, ਦਮਦਮ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਉਪਰੋਕਤ ਸਾਰੇ। ਇਹ ਤਿੰਨੋਂ ਕੇਂਦਰ ਸੀਗੇ ਜਿਹੜੇ ਚਰਬੀ ਵਾਲੇ ਕਾਰਤੂਸਾਂ ਦੀ ਸਿਖਲਾਈ ਦੇਣ ਵਾਲੇ ਕੇਂਦਰ ਸੀ ਜੋ 1857 ਦਾ ਵਿਦਰੋਹ ਹੋਇਆ ਸੀ। ਅਗਲਾ ਪ੍ਰਸ਼ਨ ਹੈ, ਇੱਕ ਕਥਨ ਦਿੱਤਾ ਗਿਆ ਹੈ, ਜੇ ਸਿੰਧੀਆ ਵਿਦਰੋਹੀਆਂ ਨਾਲ ਸ਼ਾਮਿਲ ਹੋ ਜਾਂਦਾ ਹੈ ਤਾਂ ਮੈਨੂੰ ਕੱਲ੍ਹ ਹੀ ਗਵਾਲੀਅਰ ਤੋਂ ਭੱਜਣਾ ਪਵੇਗਾ। ਇਹ ਕਥਨ ਸੀ ਜਿਹੜਾ ਇਹ ਕਿਸ ਦਾ ਸੀ? ਲਾਰਡ ਇਰਵਿਨ, ਲਾਰਡ ਕਲਾਈਵ, ਲਾਰਡ ਕੈਨਿੰਗ ਜਾਂ ਫਿਰ ਵਾਰੇਨ ਹੇਸਟਿੰਗਸ ਦਾ। ਤਾਂ ਇਹ ਕਥਨ ਸੀਗਾ ਜੀ ਲਾਰਡ ਕੈਨਿੰਗ ਦਾ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪ੍ਰਸ਼ਨ ਨੰਬਰ 3, ਜਨਮ ਅਤੇ ਮੌਤ ਦਰ ਦੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ? ਵਾਧਾ ਦਰ, ਸਤੂਲਿਤ ਦਰ, ਵਿਕਸਿਤ ਦਰ ਜਾਂ ਫਿਰ ਕੋਈ ਨਹੀਂ। ਤਾਂ ਜਨਮ ਅਤੇ ਜੋ ਮੌਤ ਦੇ ਦਰ ਦਾ ਅੰਤਰ ਹੁੰਦਾ ਹੈ ਤਾਂ ਉਸ ਨੂੰ ਵਾਧਾ ਦਰ ਕਿਹਾ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਸਟ੍ਰੇਲੀਆ ਸਰਕਾਰ ਦੀ ਸਫੈਦ ਨੀਤੀ ਕਰਕੇ ਇੱਥੋਂ ਦੀ ਵਸੋਂ ਡੈਸ਼ ਹੈ? ਘੱਟ ਹੈ, ਬਹੁਤ ਘੱਟ ਹੈ, ਸੰਘਣੀ ਹੈ ਜਾਂ ਫਿਰ ਠੀਕ ਠਾਕ ਹੈ। ਤਾਂ ਇੱਥੋਂ ਦੀ ਵਸੋਂ ਹੈ ਜਿਹੜੀ ਉਹ ਘੱਟ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਤਾਪਮਾਨ ਦੇ ਆਧਾਰ 'ਤੇ ਧਰਤੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? 4, 3, 2 ਜਾਂ ਫਿਰ 5 ਭਾਗਾਂ ਦੇ ਵਿੱਚ। ਤਾਂ ਤਾਪਮਾਨ ਦੇ ਆਧਾਰ 'ਤੇ ਜਿਹੜੀ ਧਰਤੀ ਹੈ ਤਾਂ ਇਸ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੰਸਾਰ ਦੇ ਥਲ ਖੇਤਰ ਦਾ ਕਿੰਨਾ ਭਾਗ ਮਨੁੱਖ ਦੇ ਰਹਿਣ ਲਈ ਅਨੁਕੂਲ ਨਹੀਂ ਹੈ? ਨਹੀਂ ਹੈ 'ਚ ਪੁੱਛਿਆ ਗਿਆ 65%, 85%, 75% ਜਾਂ ਫਿਰ 55%। ਤਾਂ ਸੰਸਾਰ ਦੇ ਥਲ ਖੇਤਰ ਦਾ ਜਿਹੜਾ ਭਾਗ ਹੈ ਮਨੁੱਖ ਦੇ ਰਹਿਣ ਲਈ ਅਨੁਕੂਲ ਹੈ, ਜਿਹੜਾ ਨਹੀਂ ਹੈ ਤਾਂ ਉਹ ਹੈ ਜੀ 75% ਭਾਗ। ਆਪਸ਼ਨ ਡੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਕਿਰੂਣਾ ਅਤੇ ਗਲੀਵੇਅਰ ਦੀਆਂ ਲੋਹਾ ਖਾਣਾਂ ਦਾ ਸੰਬੰਧ ਕਿਸ ਨਾਲ ਹੈ? ਬ੍ਰਾਜ਼ੀਲ, ਦੱਖਣੀ ਅਫਰੀਕਾ, ਭਾਰਤ ਜਾਂ ਫਿਰ ਸਵੀਡਨ ਨਾਲ। ਤਾਂ ਇਹ ਸੰਬੰਧ ਹੈ ਜੀ ਸਵੀਡਨ ਨਾਲ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਕਿਰੂਣਾ ਅਤੇ ਗਲੀਵੇਅਰ ਦੀਆਂ ਲੋਹਾ ਖਾਣਾਂ ਨੇ ਜਿਹੜੀਆਂ, ਇਹਦਾ ਸੰਬੰਧ ਹੈ ਜਿਹੜਾ ਸਵੀਡਨ ਨਾਲ ਹੈ। ਅਗਲਾ ਪ੍ਰਸ਼ਨ ਹੈ, ਬ੍ਰਾਜ਼ੀਲ ਦੀ ਟੈਰਾ ਰੋਸਾ ਮਿੱਟੀ ਕਿਹੜੀ ਫਸਲ ਲਈ ਪ੍ਰਸਿੱਧ ਹੈ? ਚਾਹ, ਕੌਫੀ, ਚਾਵਲ ਜਾਂ ਫਿਰ ਪਟਸਨ। ਤਾਂ ਇਹ ਪ੍ਰਸਿੱਧ ਹੈ ਜੀ ਕੌਫੀ ਲਈ। ਜੋ ਬ੍ਰਾਜ਼ੀਲ ਦੀ ਮਿੱਟੀ ਹੈ, ਟੈਰਾ ਰੋਸਾ ਮਿੱਟੀ ਦਾ ਨਾਮ ਹੈ। ਸੋ ਇਹ ਬ੍ਰਾਜ਼ੀਲ ਦੀ ਮਿੱਟੀ ਹੈ ਅਤੇ ਕੌਫੀ ਦੀ ਫਸਲ ਲਈ, ਕੌਫੀ ਦੀ ਖੇਤੀ ਲਈ ਇਹ ਪ੍ਰਸਿੱਧ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜੇ ਖੇਤਰ ਵਿੱਚ ਭੇਡਾਂ ਸੌਖ ਨਾਲ ਪਾਲੀਆਂ ਜਾ ਸਕਦੀਆਂ ਨੇ? ਤਾਂ ਨੀਚੇ 4 ਜਿਹੜੇ ਖੇਤਰ ਇਹਦੇ ਵਿੱਚ ਦਿੱਤੇ ਗਏ ਨੇ। ਪਹਿਲਾ ਇਹਦੇ ਵਿੱਚ ਜਿਹੜਾ ਖੇਤਰ ਹੈ ਸਮਸ਼ੀਤ ਊਸ਼ਣ ਖੇਤਰ ਹੈ, ਸ਼ੀਤਖੰਡ ਹੈ, ਸ਼ੀਤ ਊਸ਼ਣ ਖੇਤਰ ਹੈ ਜਾਂ ਫਿਰ ਊਸ਼ਣ ਖੇਤਰ। ਤਾਂ ਇਹ ਖੇਤਰ ਹੈ ਜੀ ਆਪਸ਼ਨ ਊੜਾ ਸਮਸ਼ੀਤ ਊਸ਼ਣ ਖੇਤਰ ਦੇ ਵਿੱਚ ਜਿਹੜੀਆਂ ਭੇਡਾਂ ਨੇ
ਤਾਂ ਉਹਨਾਂ ਨੂੰ ਸੌਖ ਨਾਲ ਪਾਲਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਕੀਮਤ ਪ੍ਰਣਾਲੀ ਅਤੇ ਪ੍ਰਤੀਯੋਗਤਾ ਕਿਸ ਤਰ੍ਹਾਂ ਦੀ ਅਰਥ ਵਿਵਸਥਾ ਦੀ ਮੁੱਖ ਵਿਸ਼ੇਸ਼ਤਾ ਹੈ? ਮਿਸ਼ਰਤ ਅਰਥ ਵਿਵਸਥਾ, ਪੂੰਜੀਵਾਦ ਅਰਥ ਵਿਵਸਥਾ, ਸਮਾਜਵਾਦੀ ਅਰਥ ਵਿਵਸਥਾ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹ ਵਿਵਸਥਾ ਹੈ ਜੀ ਆਪਸ਼ਨ ਆੜਾ ਪੂੰਜੀਵਾਦੀ ਅਰਥ ਵਿਵਸਥਾ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਹੈ ਕੀਮਤ ਪ੍ਰਣਾਲੀ ਅਤੇ ਪ੍ਰਤੀਯੋਗਤਾ, ਇਹ ਪੂੰਜੀਵਾਦੀ ਅਰਥ ਵਿਵਸਥਾ ਦੀ ਵਿਸ਼ੇਸ਼ਤਾ ਹੈ। ਅਗਲਾ ਪ੍ਰਸ਼ਨ ਹੈ, ਭਾਰਤੀ ਪ੍ਰਾਇਦੀਪ ਦੇ ਦੱਖਣੀ ਅਤੇ ਪੂਰਬੀ ਭਾਗ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਉਹ ਪਾਈ ਜਾਂਦੀ ਹੈ? ਲੈਟਰਾਈਟ ਮਿੱਟੀ, ਕਾਲੀ ਮਿੱਟੀ, ਪਰਬਤੀ ਮਿੱਟੀ ਜਾਂ ਫਿਰ ਲਾਲ ਮਿੱਟੀ। ਤਾਂ ਇਹ ਪਾਈ ਜਾਂਦੀ ਹੈ ਜੀ ਲਾਲ ਮਿੱਟੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੁੱਕੇ ਮੇਵੇ ਕਿਸ ਤਰ੍ਹਾਂ ਦੀ ਬਨਸਪਤੀ ਦੇ ਵਿੱਚ ਪਾਏ ਜਾਂਦੇ ਨੇ? ਸਦਾਬਹਾਰ ਬਨਸਪਤੀ, ਪਤਝੜੀ ਬਨਸਪਤੀ, ਪਰਬਤੀ ਬਨਸਪਤੀ ਜਾਂ ਫਿਰ ਡੈਲਟਾਈ ਬਨਸਪਤੀ। ਤਾਂ ਜੋ ਸੁੱਕੇ ਮੇਵੇ ਨੇ ਭਾਵ ਬਦਾਮ, ਅਖਰੋਟ, ਸੋ ਇਹ ਹੈ ਜਿਹੜੇ ਪਰਬਤੀ ਬਨਸਪਤੀ ਦੇ ਵਿੱਚ ਪਾਏ ਜਾਂਦੇ ਨੇ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਜੀਵਨ ਦੀ ਔਸਤ ਮਿਆਦ ਕਿੰਨੀ ਹੈ? 75 ਸਾਲ, 60 ਸਾਲ, 63.5 ਸਾਲ ਜਾਂ ਫਿਰ 58.5 ਸਾਲ। ਤਾਂ ਭਾਰਤ ਵਿੱਚ ਜੀਵਨ ਦੀ ਔਸਤ ਮਿਆਦ ਹੈ ਜਿਹੜੀ ਉਹ 63.5 ਸਾਲ ਹੈ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਲਾਰਚ, ਬਿਰਚ, ਮੇਪਲ ਆਦਿ ਜੋ ਇਹ ਰੁੱਖਾਂ ਦੇ ਨਾਮ ਨੇ, ਲਾਰਚ, ਬਿਰਚ ਅਤੇ ਮੇਪਲ, ਇਹ ਰੁੱਖ ਹੈ ਜਿਹੜੇ ਕਿੱਥੇ ਪਾਏ ਜਾਂਦੇ ਹੈ? ਟੁੰਡਰਾ ਪ੍ਰਦੇਸ਼, ਟੈਗਾ ਪ੍ਰਦੇਸ਼, ਸੇਂਟ ਲਾਰੈਂਸ ਪ੍ਰਦੇਸ਼ ਜਾਂ ਫਿਰ ਰੂਮ ਸਾਗਰੀ ਪ੍ਰਦੇਸ਼ ਦੇ ਵਿੱਚ। ਤਾਂ ਇਹ ਜਿਹੜੇ ਰੁੱਖ ਹੈ ਉਹ ਟੈਂਗਾ ਪ੍ਰਦੇਸ਼ ਦੇ ਵਿੱਚ ਪਾਏ ਜਾਂਦੇ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਫਲਾਂ ਦਾ ਟੋਕਰਾ ਕਿਹੜੇ ਖੰਡ ਨੂੰ ਕਿਹਾ ਜਾਂਦਾ ਹੈ? ਟੁੰਡਰਾ ਪ੍ਰਦੇਸ਼, ਟੈਂਗਾ ਪ੍ਰਦੇਸ਼, ਸੇਂਟ ਲਾਰੈਂਸ ਪ੍ਰਦੇਸ਼ ਜਾਂ ਫਿਰ ਰੂਮ ਸਾਗਰੀ ਪ੍ਰਦੇਸ਼ ਨੂੰ। ਤਾਂ ਫਲਾਂ ਦਾ ਟੋਕਰਾ ਜਿਹੜਾ ਰੂਮ ਸਾਗਰੀ ਪ੍ਰਦੇਸ਼ ਨੂੰ ਕਿਹਾ ਜਾਂਦਾ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪਹਾੜੀ ਖੇਤਰ ਮੈਦਾਨੀ ਭਾਗਾਂ ਨਾਲੋਂ ਠੰਡੇ ਹੈ ਜਿਹੜੇ ਕਿਉਂ ਹੁੰਦੇ ਨੇ? ਸਮੁੰਦਰ ਤੋਂ ਦੂਰੀ ਕਾਰਨ, ਸਮੁੰਦਰ ਤਲ ਦੀ ਉਚਾਈ ਦੇ ਕਾਰਨ, ਲੰਬਕਾਰ ਅਤੇ ਵਿੱਥਕਾਰ ਦੇ ਕਾਰਨ ਜਾਂ ਫਿਰ ਸਮੁੰਦਰੀ ਧਾਰਾਵਾਂ ਦੇ ਕਾਰਨ। ਤਾਂ ਪਹਾੜੀ ਖੇਤਰ ਹੈ ਜਿਹੜੇ ਮੈਦਾਨੀ ਭਾਗਾਂ ਨਾਲੋਂ ਠੰਡੇ ਹੋਣ ਦਾ ਜਿਹੜਾ ਕਾਰਨ ਹੈ ਉਹ ਹੈ ਜੀ ਸਮੁੰਦਰ ਤਲ ਦੀ ਉਚਾਈ। ਸਮੁੰਦਰ ਤਲ ਦੀ ਉਚਾਈ ਦੇ ਕਾਰਨ ਹੈ ਜਿਹੜੇ ਪਹਾੜੀ ਖੇਤਰ ਹੈ ਉਹ ਮੈਦਾਨੀ ਭਾਗਾਂ ਦੇ ਨਾਲੋਂ ਠੰਡੇ ਹੁੰਦੇ ਨੇ। ਅਗਲਾ ਪ੍ਰਸ਼ਨ ਹੈ, ਕਿਰਤ ਦੇ ਉਪਭੋਗ ਲਈ ਚੁਕਾਈ ਗਈ ਕੀਮਤ ਕੀ ਕਹਿਲਾਉਂਦੀ ਹੈ? ਮਜ਼ਦੂਰੀ, ਮੁਦਰਾ, ਲਗਾਨ ਜਾਂ ਫਿਰ ਪੂੰਜੀ। ਤਾਂ ਕਿਰਤ ਦੇ ਉਪਭੋਗ ਲਈ ਚੁਕਾਈ ਗਈ ਜੋ ਕੀਮਤ ਹੁੰਦੀ ਹੈ ਤਾਂ ਉਸ ਨੂੰ ਮਜ਼ਦੂਰੀ ਕਿਹਾ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਕਸਾਈਟ ਖਣਿਜ ਪਦਾਰਥ ਸੰਬੰਧੀ ਕਿਹੜਾ ਤੱਥ ਹੈ ਜਿਹੜਾ ਉਹ ਢੁਕਵਾਂ ਹੈ? ਇਰਾਕ ਅਤੇ ਸਾਊਦੀ ਅਰਬ ਇਸ ਦੇ ਪ੍ਰਮੁੱਖ ਉਤਪਾਦਕ ਦੇਸ਼ ਨੇ। ਇਸ ਨੂੰ ਜੰਗਾਲ ਹੈ ਜਿਹੜਾ ਨਹੀਂ ਲੱਗਦਾ। ਜਾਂ ਆਸਟ੍ਰੇਲੀਆ ਵਿੱਚ ਸੰਸਾਰ ਦਾ 1/4 ਭਾਗ ਹੈ ਜਿਹੜਾ ਕੱਢਿਆ ਜਾਂਦਾ ਹੈ। ਜਾਂ ਫਿਰ ਐਲੂਮੀਨੀਅਮ ਤੋਂ ਬਣੀ ਧਾਤੂ। ਤਾਂ ਢੁਕਵਾਂ ਤੱਥ ਹੈ ਜਿਹੜਾ ਇਹਦੇ ਵਿੱਚ ਆਪਸ਼ਨ ਆੜਾ ਆਏਗਾ। ਇਸ ਨੂੰ ਜੰਗਾਲ ਨਹੀਂ ਲੱਗਦਾ ਜੋ ਬਾਕਸਾਈਟ ਖਣਿਜ ਹੁੰਦਾ ਹੈ। ਬਾਕਸਾਈਟ ਖਣਿਜ ਪਦਾਰਥ ਸੰਬੰਧੀ ਇਹਨਾਂ ਨੇ ਤੱਥ ਪੁੱਛਿਆ ਵੀ ਕਿਹੜੀ ਇਹਦੇ ਵਿੱਚੋਂ ਜਿਹੜੀਆਂ ਇਹ 4 ਆਪਸ਼ਨਾਂ ਨੇ ਕਿਹੜੀ ਲਾਈਨ ਜਿਹੜੀ ਢੁਕਵੀਂ ਹੈ ਸਹੀ ਹੈ। ਤਾਂ ਇਸ ਨੂੰ ਜੰਗਾਲ ਨਹੀਂ ਲੱਗਦਾ, ਇਹ ਲਾਈਨ ਹੈ ਜਿਹੜੀ ਸਹੀ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸ਼ੀਤ ਊਸ਼ਣ ਘਾਹ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਉਹ ਪਾਈ ਜਾਂਦੀ ਹੈ? ਲਾਲ ਮਿੱਟੀ, ਭੂਰੀ ਮਿੱਟੀ, ਕਾਲੀ ਮਿੱਟੀ ਜਾਂ ਫਿਰ ਪੌਂਡ ਸੋਲ ਮਿੱਟੀ। ਤਾਂ ਮਿੱਟੀਆਂ 'ਤੇ ਅਕਸਰ ਪੰਜਾਬ ਟੈਟ ਹੋਵੇ ਜਾਂ ਮਾਸਟਰ ਗੇਡਰ ਹੋਵੇ, ਇਹ ਐਗਜ਼ਾਮ ਦੇ ਵਿੱਚ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਹੈ। ਤਾਂ ਇਹਦਾ ਜਿਹੜਾ ਰਾਈਟ ਆਨਸਰ ਆਏਗਾ ਉਹ ਆਏਗਾ ਕਾਲੀ ਮਿੱਟੀ। ਆਪਸ਼ਨ ਈ ਡੀ।
ਜੋ ਸ਼ੀਤ ਉਸ਼ਣ ਘਾਹ ਖੇਤਰ ਹੁੰਦੇ ਨੇ ਤਾਂ ਇਹਨਾਂ ਵਿੱਚ ਕਾਲੀ ਮਿੱਟੀ ਹੈ ਜਿਹੜੀ ਪਾਈ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਮਹਾਨ ਅਰਥ ਸ਼ਾਸਤਰੀ ਕਿਹੜੇ ਮੁਸਲਿਮ ਸ਼ਾਸਕ ਨੂੰ ਕਿਹਾ ਜਾਂਦਾ ਹੈ? ਸ਼ੇਰਸ਼ਾਹ ਸੂਰੀ, ਔਰੰਗਜ਼ੇਬ, ਇਲਤੁਤਮਿਸ ਜਾਂ ਫਿਰ ਅਲਾਉਦੀਨ ਖਿਲਜੀ। ਤਾਂ ਮਹਾਨ ਅਰਥ ਸ਼ਾਸਤਰੀ ਹੈ ਜਿਹੜੇ ਉਹ ਅਲਾਉਦੀਨ ਖਿਲਜੀ ਨੂੰ ਕਿਹਾ ਜਾਂਦਾ ਹੈ। ਤਾਂ ਆਪਸ਼ਨ ਸੱਸਾ ਜਿਹੜਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਪਹਿਲੇ ਭਾਗ ਦੇ ਵਿੱਚ ਤੁਹਾਨੂੰ ਕੁਐਸਚਨ ਨੇ ਪ੍ਰੋਵਾਈਡ ਕੀਤੇ ਨੇ। ਹਾਲੇ ਕੁਝ ਕੁਐਸਚਨ ਦੀ ਸੈਟਿੰਗ ਕਰਨ ਵਾਲੀ ਹੈ, ਜਿਸ ਕਰਕੇ ਵੀਡੀਓ ਅਸੀਂ ਛੋਟੀ ਬਣਾ ਰਹੇ ਹਾਂ। ਅਤੇ ਦੂਜਾ ਕਾਰਨ ਇਹੀ ਹੈ ਕਿ ਹਾਲੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਲਾਸ ਹੈ ਜਿਹੜੀ ਸਟਾਰਟ ਹੋ ਰਹੀ ਹੈ। ਕਾਫੀ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਅਜੇ ਨਹੀਂ ਜਾਏਗਾ, ਕਿਉਂਕਿ ਕਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਨਹੀਂ ਕੀਤਾ। ਸੋ ਇੱਕ ਵਾਰ ਸਾਰਿਆਂ ਨੂੰ ਨੋਟੀਫਿਕੇਸ਼ਨ ਚੱਲ ਜਾਏਗਾ। ਅਗਲੀ ਵੀਡੀਓ ਲੌਂਗ ਵੀ ਹੋਏਗੀ ਅਤੇ ਹੋਰ ਜੋ ਇੰਪੋਰਟੈਂਟ ਕੁਐਸਚਨ ਹੋਣਗੇ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਸੋ ਕੁਝ ਸੈਟਿੰਗਸ ਨੇ ਜਿਹੜੀਆਂ ਉਹ ਰਹਿੰਦੀਆਂ ਨੇ, ਸੋ ਇਸ ਕਰਕੇ 20 ਕੁਐਸਚਨ ਤੁਹਾਨੂੰ ਪ੍ਰੋਵਾਈਡ ਕੀਤੇ ਹੈ। ਸੋ ਇਹ ਨਾਲ ਤੁਹਾਨੂੰ ਕਲਾਸ ਦਾ ਟਾਈਮ ਵੀ ਪਤਾ ਚੱਲ ਗਿਆ। 6 ਵਜੇ ਜਿਹੜੀ ਮਾਸਟਰ ਕੇਡਰ SST ਦੀ ਕਲਾਸ ਹੋਇਆ ਕਰੇਗੀ, ਜਿਹਦੇ ਵਿੱਚ ਹਿਸਟਰੀ, ਜਿਓਗ੍ਰਾਫੀ ਅਤੇ ਪੋਲੀਟੀਕਲ ਸਾਇੰਸ ਇਹਦੇ ਕੁਐਸਚਨ ਹੋਣਗੇ। ਸਾਰੇ ਕੁਐਸਚਨ ਜਿਹੜੇ MCQ ਹੋਣਗੇ ਅਤੇ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਕੁਐਸਚਨ ਹੈ ਜਿਹੜੇ ਕਰਵਾਏ ਜਾਣਗੇ। ਸੋ ਵੀਡੀਓ ਅੱਗੇ ਜਿਸ ਵੀ ਗਰੁੱਪ ਵਿੱਚ ਤੁਸੀਂ ਐਡ ਹੋ ਜ਼ਰੂਰ ਅੱਗੇ ਸ਼ੇਅਰ ਕਰ ਦਿਆ ਕਰੋ। ਬਾਕੀ PDF ਨੋਟਸ ਅਗਰ ਕੋਈ ਡਾਊਨਲੋਡ ਕਰਨਾ ਚਾਹੁੰਦਾ ਹੈ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਈਟ ਦਾ ਲਿੰਕ ਹੈ ਜਿਹੜਾ ਉਹ ਦਿੱਤਾ ਹੋਇਆ ਹੈ। ਵੀਡੀਓ ਦੀ ਡਿਸਕ੍ਰਿਪਸ਼ਨ ਓਪਨ ਕਰਕੇ ਸਾਈਟ ਦੇ ਲਿੰਕ 'ਤੇ ਕਲਿੱਕ ਕਰ ਲਿਓ ਅਤੇ ਇਸ ਤੋਂ ਬਾਅਦ ਜਿਸ ਵੀ ਟੌਪਿਕ ਦੇ ਹਿਸਾਬ ਨਾਲ ਤੁਸੀਂ PDF ਨੋਟਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਨੋਟਸ ਹੈ ਡਾਊਨਲੋਡ ਕਰ ਸਕਦੇ ਹੋ। ਸਾਰੇ ਨੋਟਸ ਜਿਹੜੇ ਉਹ ਸਾਈਟ 'ਤੇ ਅਵੇਲੇਬਲ ਨੇ। ਸੋ ਬਿਲਕੁਲ ਨਿਚੋੜ ਹੈ ਜਿਹੜਾ ਕੁਐਸਚਨਾਂ ਦਾ ਉਹ ਕੱਢਿਆ ਗਿਆ ਹੈ। ਬਿਲਕੁਲ ਸ਼ਾਰਟ ਹੈਂਡ ਆਪਾਂ ਨੋਟਸ ਜਿਹੜੇ ਕਹਿ ਸਕਦੇ ਹਾਂ, ਟੂ ਦੀ ਪੁਆਇੰਟ ਨੋਟਸਾਂ ਦੇ ਵਿੱਚ ਗੱਲ ਕੀਤੀ ਹੋਈ ਹੈ। ਜੋ ਕੋਈ ਵੀ ਇੰਟਰਸਟ ਰੱਖਦਾ ਹੈ ਅਤੇ ਡਾਊਨਲੋਡ ਕਰਨਾ ਚਾਹੁੰਦਾ ਹੈ ਤਾਂ PDF ਨੋਟਸ ਡਾਊਨਲੋਡ ਕਰ ਸਕਦਾ ਹੈ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਪ੍ਰਸ਼ਨਾਂ ਨਾਲ ਅਗਲੇ ਨਵੇਂ ਭਾਗ ਦੇ ਵਿੱਚ। ਉਹ ਤੱਕ ਲਈ ਧੰਨਵਾਦ ਜੀ।